ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ, ਦਿੱਲੀ ਦਾ ਤੇ ਹਰਿਆਣੇ ਦਾ ਮੌਸਮ ਸਥਿਰ ਰਹਿਣਾ। ਰਾਤ ਦੇ ਵੇਲੇ ਪਾਰਾ 7 ਡਿਗਰੀ ਤੇ ਦਿਨ ਦੇ ਵੇਲੇ 18 ਤੋਂ ਲੈ ਕੇ 19 ਡਿਗਰੀ ਤੱਕ ਨੋਟ ਕੀਤਾ ਗਿਆ। ਅਗਲੀ ਜਿਹੜੀ ਵੱਡੀ ਖਬਰ ਹੈ ਉਹ ਇਹ ਹੈ ਕਿ ਅੱਜ ਯਾਨੀ ਕਿ 6 ਤਰੀਕ ਨੂੰ ਭਾਰਤ ਦੇ ਵਿੱਚ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ 3 ਘੰਟੇ ਦੇ ਲਈ। 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਪੂਰੇ ਭਾਰਤ ਦੇ ਵਿੱਚ 3 ਥਾਵਾਂ ਨੂੰ ਛੱਡ ਕੇ ਚੱਕਾ ਜਾਮ ਰਹਿਣਾ। ਦਿੱਲੀ ਦੇ ਵਿੱਚ ਚੱਕਾ ਜਾਮ ਨਹੀਂ ਕੀਤਾ ਜਾਣਾ। ਇਹਦੇ ਬਾਬਤ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਜਦੋਂ ਕਈ ਪਾਸਿਆਂ ਤੋਂ ਘੇਰਾ ਪਹਿਲਾਂ ਹੀ ਪਿਆ ਹੋਇਆ, ਟ੍ਰੈਫਿਕ ਉੱਥੇ ਪਹਿਲਾਂ ਹੀ ਸ਼ਾਇਦ ਪ੍ਰਭਾਵਿਤ ਹੋਵੇ, ਇਸ ਕਰਕੇ ਅਸੀਂ ਦਿੱਲੀ ਦੇ ਵਿੱਚ ਚੱਕਾ ਜਾਮ ਨਹੀਂ ਕਰਨਾ। ਉੱਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਚੱਕਾ ਜਾਮ ਨਹੀਂ ਕਰਨਾ। ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਸਿਰਫ ਤੇ ਸਿਰਫ ਅਧਿਕਾਰੀਆਂ ਨੂੰ ਮੰਗ ਪੱਤਰ ਦੇਵਾਂਗੇ, ਪਰ ਉੱਥੇ ਸੜਕਾਂ ਨੂੰ ਰੋਕਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਆ। ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਸਾਨੂੰ ਭਰੋਸੇਯੋਗ ਸੂਤਰਾਂ ਨੇ ਕਿਹਾ ਕਿ ਇੱਥੇ ਕੁਝ ਕੁ ਲੋਕਾਂ ਦੇ ਵੱਲੋਂ ਹਿੰਸਾ ਭੜਕਾਈ ਜਾ ਸਕਦੀ ਹੈ, ਜਿਹਦੇ ਕਰਕੇ ਇੱਥੇ ਚੱਕਾ ਜਾਮ ਨਹੀਂ ਹੋਣਾ। ਉਸ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਗੰਨੇ ਦੀ ਕਟਾਈ ਦਾ ਤੇ ਗੰਨੇ ਨੂੰ ਮਿੱਲਾਂ ਤੱਕ ਪਹੁੰਚਾਉਣ ਦਾ ਇਸ ਵਕਤ ਸਮਾਂ ਚੱਲ ਰਿਹਾ, ਜਿਹਦੇ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਕਿਸਾਨ ਪਰੇਸ਼ਾਨ ਹੋਣ। ਯਾਨੀ ਕਿ ਹੁਣ 3 ਥਾਵਾਂ ਨੂੰ ਛੱਡ ਕੇ ਪੂਰੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਅੱਜ ਚੱਕਾ ਜਾਮ ਕੀਤਾ ਜਾਣਾ। ਤੇ ਇਹ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਡਾਕਟਰ ਦਰਸ਼ਨਪਾਲ ਹੋਰਾਂ ਦੇ ਵੱਲੋਂ ਯਾਨੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਮਹੱਤਵਪੂਰਨ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਚੱਕਾ ਜਾਮ ਪੂਰੇ ਭਾਰਤ ਦੇ ਵਿੱਚ ਬੇਸ਼ੱਕ ਕਰ ਰਹੇ ਹਾਂ, ਪਰ ਨਾ ਕਿਸੇ ਪੁਲਿਸ ਅਧਿਕਾਰੀ ਦੇ ਨਾਲ, ਨਾ ਕਿਸੇ ਆਮ ਨਾਗਰਿਕ ਦੇ ਨਾਲ ਬਿਲਕੁਲ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਇਹ ਸ਼ਾਂਤਮਈ ਤਰੀਕੇ ਦਾ ਇਹ ਬੰਦ ਹੋਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਂਬੂਲੈਂਸ ਨੂੰ ਤੇ ਸਕੂਲਾਂ ਦੇ ਵਾਹਨਾਂ ਨੂੰ ਜਗ੍ਹਾ ਤੁਸੀਂ ਦੇਣੀ ਆ, ਕਿਸੇ ਨੂੰ ਵੀ ਡੱਕ ਕੇ, ਕਿਸੇ ਨੂੰ ਰੋਕ ਕੇ ਨਹੀਂ ਰੱਖਣਾ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿਸਾਨ ਆਈ ਤੇ ਆ ਜਾਣ ਤਾਂ ਪੂਰੇ ਭਾਰਤ ਨੂੰ ਇਵੇਂ ਬੰਦ ਕਰ ਸਕਦੇ। ਇਹ ਇੱਕ ਉਦਾਹਰਣੀ ਰੂਪ ਦੇ ਵਿੱਚ 3 ਘੰਟੇ ਦਾ ਇਹ ਚੱਕਾ ਜਾਮ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਇਸ ਚੱਕਾ ਜਾਮ ਨੂੰ ਸਫਲ ਬਣਾਉਣਾ। ਉਸ ਤੋਂ ਅਗਲੀ ਜਾਣਕਾਰੀ ਇਹ ਹੈ ਕਿ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕਿਉਂਕਿ ਚੱਲ ਰਹੀ ਹੈ, ਬਜਟ ਸੈਸ਼ਨ ਇਸ ਵਕਤ ਚੱਲ ਰਿਹਾ। ਰਾਜ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਵੀ ਹਰ ਰੋਜ਼ ਬੜੇ ਵੱਡੇ ਪੱਧਰ ਦੇ ਉੱਤੇ ਹੰਗਾਮਾ ਹੁੰਦਾ। ਹਰ ਰੋਜ਼ ਕਈ ਵਾਰ ਪਾਰਲੀਮੈਂਟ ਦੇ ਦੋਹਾਂ ਸੈਸ਼ਨਾਂ ਦੀ ਕਾਰਵਾਈ ਰੁਕ ਕੇ ਅੱਗੇ ਵਧਾਉਣੀ ਪੈ ਰਹੀ ਹੈ। ਲੰਘੇ ਕੱਲ੍ਹ ਰਾਜ ਸਭਾ ਦੇ ਵਿੱਚ ਬੜੀਆਂ ਤਿੱਖੀਆਂ ਟਿੱਪਣੀਆਂ ਹੋਈਆਂ, ਬੜੇ ਤਿੱਖੇ ਤੇਵਰ ਵੱਖ-ਵੱਖ ਨੇਤਾਵਾਂ ਦੇ ਵੱਲੋਂ ਅਪਣਾਏ ਗਏ ਆ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਰਾਜ ਸਭਾ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਅੰਗਰੇਜ਼ ਵੀ ਇੱਕ ਵਾਰ ਕਾਲੇ ਕਾਨੂੰਨ ਲੈ ਕੇ ਆਏ ਸੀ, ਪਰ ਕਿਸਾਨਾਂ ਦੇ ਵਿਦਰੋਹ ਦੇ ਅੱਗੇ ਅੰਗਰੇਜ਼ਾਂ ਨੂੰ ਵੀ ਝੁਕਣਾ ਪਿਆ ਸੀ। ਉਹ ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਪਏ ਸੀ। ਇਸ ਕਰਕੇ ਵਰਤਮਾਨ ਸਰਕਾਰ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਵੀ ਕਿਸਾਨਾਂ ਨਾਲ ਟਕਰਾਇਆ, ਉਹਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ। ਪਰ ਕੱਲ੍ਹ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਵੱਲੋਂ ਕੁਝ ਕੁ ਗੱਲਾਂ ਇਹੋ ਜਿਹੀਆਂ ਕਹੀਆਂ ਗਈਆਂ ਜਿਹੜੀਆਂ ਕਿ ਕਈ ਕੁਝ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਦੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਵਾਰ-ਵਾਰ ਇਹ ਗੱਲ ਪੁੱਛ ਕੇ ਥੱਕ ਗਿਆ ਵੀ ਇਹਨਾਂ ਤਿੰਨੇ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਕਾਲੇ ਕਾਨੂੰਨ ਹਨ, ਕਾਲੇ ਕਾਨੂੰਨ ਹਨ, ਇਹ ਤਾਂ ਗੱਲ ਕਹੀ ਜਾ ਰਹੀ ਹੈ, ਪਰ ਇਹਨਾਂ ਤਿੰਨਾਂ ਦੇ ਵਿੱਚ ਕਾਲਾ ਹੈ ਕੀ, ਇਹਦੇ ਮੁਤਲਕ ਕੋਈ ਜਾਣਕਾਰੀ ਨਹੀਂ ਦਿੰਦਾ। ਉਹਨਾਂ ਨੇ ਫਿਰ ਕਾਂਗਰਸ ਦੇ ਉੱਤੇ ਤਵਾ ਲਾਇਆ। ਉਹ ਕਹਿੰਦੇ ਵੀ ਕਾਂਗਰਸ ਖੂਨ ਦੇ ਨਾਲ ਖੇਤੀ ਕਰਦੀ ਹੈ ਤੇ ਭਾਜਪਾ ਪਾਣੀ ਦੇ ਨਾਲ ਖੇਤੀ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇੱਕ ਸੂਬੇ ਦੇ ਕਿਸਾਨਾਂ ਨੂੰ ਭੜਕਾਇਆ ਗਿਆ, ਜਿਹਦੇ ਕਰਕੇ ਇਹ ਸਾਰਾ ਮਾਹੌਲ ਬਣਿਆ ਹੋਇਆ। ਤੇ ਇੱਕ ਸੂਬਾ ਆਪਾਂ ਜਾਣਦੇ ਹਾਂ ਉਹਨਾਂ ਦੀ ਨਜ਼ਰ ਦੇ ਵਿੱਚ ਕਿਹੜਾ, ਕਿਉਂਕਿ ਜੇਕਰ ਉਹਨਾਂ ਨੂੰ ਲੱਗਦਾ ਹੋਵੇ ਕਿ ਯੂਪੀ ਵੀ ਇਹਦੇ ਵਿੱਚ ਹੈ ਤੇ ਫਿਰ ਯੂਪੀ ਦੇ ਵਿੱਚ ਤਾਂ ਭਾਜਪਾ ਦੀ ਸਰਕਾਰ ਹੈ। ਜੇ ਉਹ ਹਰਿਆਣੇ ਨੂੰ ਇਹਦੇ ਵਿੱਚ ਸ਼ਾਮਿਲ ਕਰਦੇ ਹੋਣ ਤਾਂ ਹਰਿਆਣੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਉਹਨਾਂ ਦੀ ਨਜ਼ਰ ਦੇ ਵਿੱਚ ਸ਼ਾਇਦ ਇਕੱਲਾ ਪੰਜਾਬ ਸੂਬਾ ਇਹੋ ਜਿਹਾ ਜਿਹਦੇ ਕਰਕੇ ਇਹ ਸਾਰਾ ਮਾਹੌਲ ਪੈਦਾ ਕੀਤਾ ਗਿਆ, ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਹੈ ਤੇ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਪ੍ਰਤੀ ਕਿੰਨੀ ਕੁ ਸਵੱਲੀ ਨਜ਼ਰ ਕੇਂਦਰ ਦੀ ਸਰਕਾਰ ਦੀ ਹੈਗੀ ਆ। ਸੋ ਨਰਿੰਦਰ ਸਿੰਘ ਤੋਮਰ ਦੀਆਂ ਇਹ ਤਿੱਖੀਆਂ ਗੱਲਾਂ ਦੇ ਉੱਤੇ ਰਾਜ ਸਭਾ ਦੇ ਵਿੱਚ ਖੂਬ ਹੰਗਾਮਾ ਵੀ ਹੋਇਆ, ਪਰ ਤੋਮਰ ਹੋਰਾਂ ਨੇ ਆਪਣੀ ਗੱਲ ਕਹਿਣੀ ਜਾਰੀ ਰੱਖੀ ਹੈ। ਉਹਨਾਂ ਨੇ ਇਹ ਗੱਲ ਬਿਲਕੁਲ ਵੀ ਨਹੀਂ ਕਹੀ ਕਿ ਕਦੋਂ ਅਸੀਂ ਮੀਟਿੰਗ ਕਰਨੀ ਹੈ, ਕਿਸਾਨਾਂ ਦਾ ਇਸ ਮੁੱਦੇ ਨੂੰ ਕਿਵੇਂ ਹੱਲ ਕਰਨਾ, ਕਿ ਅਸੀਂ ਖੇਤੀ ਕਾਨੂੰਨ ਵਾਪਸ ਲਵਾਂਗੇ ਜਾਂ ਨਹੀਂ ਲਵਾਂਗੇ। ਉਹਨਾਂ ਨੇ ਵਾਰ-ਵਾਰ ਇਹ ਗੱਲ ਚਿੱਥ ਕੇ ਕਹੀ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਬਹੁਤ ਵਧੀਆ ਹਨ, ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ। ਯਾਨੀ ਕਿ ਜੋ ਕੁਝ ਪਹਿਲੀ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਸੀ ਤੋਮਰ ਸਾਹਿਬ ਦੇ ਵੱਲੋਂ, ਉਹੀ ਕੁਝ ਹੁਣ ਲੰਘੇ ਕੱਲ੍ਹ ਰਾਜ ਸਭਾ ਦੇ ਵਿੱਚ ਵੀ ਆਖਿਆ ਗਿਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਰਾਜ ਸਭਾ ਦੇ ਵਿੱਚ ਸ਼ੁੱਕਰਵਾਰ ਨੂੰ ਜਦ ਕਿਸਾਨਾਂ ਦੇ ਮੁੱਦੇ ਦੇ ਉੱਤੇ ਬਹਿਸ ਸ਼ੁਰੂ ਹੋਈ ਤਾਂ ਤਕਰੀਬਨ 3 ਘੰਟੇ ਤੱਕ ਸੰਸਦ ਮੈਂਬਰਾਂ ਦੇ ਤਲਖ ਤੇਵਰ ਨਜ਼ਰ ਆਏ। ਇਸ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਤੇ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਸਰਕਾਰ ਨੂੰ ਖੂਬ ਘੇਰਿਆ। ਜਦ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਵਾਰੀ ਆਈ ਤਾਂ ਉਹਨਾਂ ਨੇ ਵੀ ਮੋੜਵੇਂ ਰੂਪ ਦੇ ਵਿੱਚ ਤਲਖ ਟਿੱਪਣੀਆਂ ਕੀਤੀਆਂ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸੰਜੇ ਰਾਉਤ ਨੇ ਅਰਨਬ ਗੋਸਵਾਮੀ ਤੇ ਕੰਗਣਾ ਰਣੌਤ ਦੇ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਦੇਸ਼ ਪ੍ਰੇਮੀ ਕੌਣ ਹੈ ਸਾਡੇ ਦੇਸ਼ ਦੇ ਵਿੱਚ? ਅਰਨਬ ਗੋਸਵਾਮੀ ਜਿਹਦੀ ਵਜ੍ਹਾ ਦੇ ਕਰਕੇ ਮਹਾਰਾਸ਼ਟਰ ਦੇ ਵਿੱਚ ਇੱਕ ਬੇਕਸੂਰ ਵਿਅਕਤੀ ਨੇ ਖੁਦਕੁਸ਼ੀ ਕਰ ਲਈ, ਜਾਂ ਕੰਗਣਾ ਰਣੌਤ ਦੇਸ਼ ਪ੍ਰੇਮੀ ਹੈ? ਪ੍ਰਕਾਸ਼ ਜਾਵੜੇਕਰ ਦੇ ਬਾਰੇ ਦੇ ਵਿੱਚ ਅਰਨਬ ਨੇ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਕਿ ਉਹ ਦੇਸ਼ ਪ੍ਰੇਮੀ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਨੂੰ ਸ਼ਰਨ ਦਿੱਤੀ ਹੋਈ ਹੈ। ਜਿਹਨੇ ਆਫੀਸ਼ੀਅਲ ਸੀਕ੍ਰੇਟ ਕੋਡ ਤੋੜਦੇ ਹੋਏ ਬਾਲਾਕੋਟ ਸਟ੍ਰਾਈਕ ਦੇ ਬਾਰੇ ਪਹਿਲਾਂ ਹੀ ਦੱਸ ਦਿੱਤਾ, ਉਹ ਤੁਹਾਡੀ ਯਾਨੀ ਕੇਂਦਰ ਦੀ ਸਰਕਾਰ ਦੇ ਸ਼ਰਨ ਦੇ ਵਿੱਚ ਹੈ, ਇਹ ਤੁਹਾਡੀ ਪ੍ਰੋਟੈਕਸ਼ਨ ਹੈ। ਪਰ ਆਪਣੇ ਹੱਕ ਦੇ ਲਈ ਲੜਨ ਵਾਲਾ ਕਿਸਾਨ ਤੁਹਾਡੀ ਨਜ਼ਰ ਦੇ ਵਿੱਚ ਦੇਸ਼ ਧਰੋਹੀ ਹੈ, ਉਹ ਦੇਸ਼ ਦੇ ਖਿਲਾਫ ਭੁਗਤਣ ਵਾਲਾ ਹੈ। ਸੰਜੇ ਰਾਉਤ ਨੇ ਕਿਹਾ ਕਿ ਜੋ ਸਰਕਾਰ ਨੂੰ ਸਵਾਲ ਕਰਦਾ ਹੈ ਉਹਨੂੰ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ ਹੈ। ਸਦਨ ਦੇ ਵਿੱਚ ਸਾਡੇ ਮੈਂਬਰ ਨੇ ਸੰਜੇ ਸਿੰਘ, ਉਹਨਾਂ ਦੇ ਉੱਤੇ ਰਾਜ ਧਰੋਹ ਦਾ ਮਾਮਲਾ ਦਰਜ ਹੈ। ਰਾਜਦੀਪ ਸਰਦੇਸਾਈ ਮੰਨੇ ਪ੍ਰਮੰਨੇ ਪੱਤਰਕਾਰ ਨੇ ਇਹਨਾਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ ਗਿਆ। ਸਿੰਘੂ ਬਾਰਡਰ ਦੇ ਉੱਤੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਤੇ ਲੇਖਕਾਂ ਦੇ ਉੱਤੇ ਵੀ ਦੇਸ਼ ਧਰੋਹ ਦੇ ਕਾਨੂੰਨ ਦੇ ਤਹਿਤ ਪਰਚੇ ਠੋਕ ਦਿੱਤੇ ਗਏ ਨੇ। ਕਾਂਗਰਸੀ ਨੇਤਾ ਆਨੰਦ ਸ਼ਰਮਾ ਦੇ ਤੇਵਰ ਬੇਹੱਦ ਤਿੱਖੇ ਸਨ। ਤੇਵਰ ਦੇਖ ਕੇ ਸੰਸਦ ਮੈਂਬਰਾਂ ਨੇ ਕਿਹਾ ਤੁਸੀਂ ਗੁੱਸੇ ਦੇ ਵਿੱਚ ਹੋ। ਸ਼ਰਮਾ ਨੇ ਇਹ ਗੱਲ ਕਹੀ ਕਿ ਜੇਕਰ ਮਾਈਕ ਨਹੀਂ ਹੈ ਤਾਂ ਫਿਰ ਉੱਚੀ ਤਾਂ ਬੋਲਣਾ ਪਏਗਾ ਹੀ। ਬਾਅਦ ਦੇ ਵਿੱਚ ਮਾਈਕ ਠੀਕ ਕਰ ਦਿੱਤਾ ਗਿਆ। ਸੰਸਦ ਮੈਂਬਰਾਂ ਨੇ ਵੀ ਚੁਟਕੀ ਲਈ ਕਿ ਤੁਹਾਡੀ ਆਵਾਜ਼ ਤਾਂ ਵੈਸੇ ਹੀ ਬੁਲੰਦ ਹੈ। ਸ਼ਰਮਾ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਲੋਕਡਾਊਨ ਤੋਂ ਬਾਅਦ ਦੇਸ਼ ਦੇ ਹਾਲਾਤ ਦਾ ਸਭ ਨੂੰ ਪਤਾ ਹੈ। ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦੇ ਰੁਜ਼ਗਾਰ ਗਏ ਤੇ ਪਰਿਵਾਰ ਤਬਾਹ ਹੋ ਗਏ। ਕਿਸਾਨਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਲਈ ਮਜਬੂਰ ਕੀਤਾ ਗਿਆ। ਇਹਦੀ ਜ਼ਿੰਮੇਵਾਰ ਸਰਕਾਰ ਹੈ। ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਮਹਾਮਾਰੀ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਤਾਂ ਦੱਸ ਦਿੱਤੀਆਂ ਗਈਆਂ, ਪਰ ਲਾਕਡਾਊਨ ਦੇ ਸਮੇਂ ਪ੍ਰਵਾਸੀ ਮਜ਼ਦੂਰਾਂ ਤੇ ਲੱਖਾਂ ਹੋਰ ਲੋਕਾਂ ਦੀ ਪਰੇਸ਼ਾਨੀ ਦੇ ਬਾਬਤ ਨਹੀਂ ਦੱਸਿਆ ਗਿਆ ਤੇ ਨਾ ਹੀ ਇਹ ਦੱਸੀ ਗਈ ਗੱਲ ਕਿ ਉਹ ਪੈਦਲ ਤੁਰਨ ਵਾਸਤੇ ਮਜਬੂਰ ਕਿਉਂ ਹੋਏ। ਇਸ ਮਾਮਲੇ ਦੇ ਉੱਤੇ ਜਦੋਂ ਨਰਿੰਦਰ ਸਿੰਘ ਤੋਮਰ ਦੀ ਵਾਰੀ ਆਈ ਤਾਂ ਉਹਨਾਂ ਦੇ ਤੇਵਰ ਵੱਖਰੇ ਸਨ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦਾ ਧੰਨਵਾਦ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਚਿੰਤਾ ਕੀਤੀ, ਸਰਕਾਰ ਨੂੰ ਕੋਸਣ ਦੇ ਵਿੱਚ ਨਿੰਦਣ ਦੇ ਵਿੱਚ ਕੋਈ ਵੀ ਕੰਜੂਸੀ ਨਹੀਂ ਕੀਤੀ ਤੇ ਖੇਤੀਬਾੜੀ ਕਾਨੂੰਨਾਂ ਨੂੰ ਜ਼ੋਰ ਦੇ ਕੇ ਕਾਲਾ ਕਾਨੂੰਨ ਦੱਸਿਆ ਗਿਆ। ਮੈਂ ਕਿਸਾਨ ਯੂਨੀਅਨਾਂ ਨੂੰ 2 ਮਹੀਨੇ ਤੱਕ ਪੁੱਛਦਾ ਰਿਹਾ ਕਿ ਕਾਨੂੰਨਾਂ ਵਿੱਚ ਕਾਲਾ ਹੈ ਕੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੰਟਰੈਕਟ ਐਕਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਜਿਹਦੇ ਵਿੱਚ ਇਹ ਗੱਲ ਦੱਸੀ ਜਾਵੇ ਕਿ ਕਿਸਾਨ ਦੀ ਜ਼ਮੀਨ ਖੁੱਸ ਸਕਦੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਖੂਨ ਦੀ ਖੇਤੀ ਕਰਦੀ ਹੈ ਤੇ ਭਾਜਪਾ ਇਹ ਕੁਝ ਨਹੀਂ ਕਰਦੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਟ੍ਰੇਡ ਐਕਟ ਬਣਾਇਆ, ਉਹਦੇ ਵਿੱਚ ਇਹ ਵੀ ਗੱਲ ਕਹੀ ਕਿ APMC ਮੰਡੀਆਂ ਤੋਂ ਬਾਹਰ ਜੋ ਇਲਾਕਾ ਹੋਵੇਗਾ ਉਹ ਟ੍ਰੇਡ ਏਰੀਆ ਹੋਵੇਗਾ। ਉਹ ਕਿਸਾਨ ਦਾ ਘਰ ਜਾਂ ਖੇਤ ਵੀ ਹੋ ਸਕਦਾ ਹੈ ਤਾਂ ਕਿ ਉਹ ਕਿਤੇ ਵੀ ਆਪਣੀ ਫਸਲ ਨੂੰ ਵੇਚ ਸਕੇ। ਉਹਨਾਂ ਨੇ ਕਿਹਾ ਕਿ ਮੈਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਟੈਕਸ ਫ੍ਰੀ ਕੀਤਾ, ਤੁਹਾਡੇ ਸੂਬੇ ਦੀ ਸਰਕਾਰ ਟੈਕਸ ਲੈ ਰਹੀ ਹੈ, ਜੋ ਟੈਕਸ ਲਾ ਰਿਹਾ ਉਹਦੇ ਖਿਲਾਫ ਅੰਦੋਲਨ ਕਰੋਗੇ ਜਾਂ ਜੋ ਟੈਕਸ ਫ੍ਰੀ ਕਰ ਰਿਹਾ ਉਹਦੇ ਖਿਲਾਫ ਅੰਦੋਲਨ ਕਰੋਗੇ? ਪਰ ਦੇਸ਼ ਦੇ ਵਿੱਚ ਅੱਜ ਉਲਟੀ ਗੰਗਾ ਵਗ ਰਹੀ ਹੈ। ਪੰਜਾਬ ਦੇ ਐਕਟ ਦੇ ਵਿੱਚ ਕਿਸਾਨਾਂ ਨੇ ਕੰਟਰੈਕਟ ਫਾਰਮਿੰਗ ਨੂੰ ਤੋੜਿਆ ਤਾਂ ਉਹਨਾਂ ਨੂੰ ਜੇਲ੍ਹ ਭੇਜਣ ਦਾ ਪ੍ਰਬੰਧ ਹੈ, ਪਰ ਸਾਡੇ ਐਕਟ ਦੇ ਵਿੱਚ ਇਹ ਕੁਝ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਦੇ ਵਿੱਚ ਇਹੋ ਜਿਹਾ ਕੁਝ ਹੀ ਚੱਲਣਾ ਜਿਵੇਂ ਕਿ ਹੁਣ ਤਿੱਖੇ ਤੇਵਰਾਂ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਗੱਲ ਇਹ ਆ ਵੀ ਤੋਮਰ ਹੋਰਾਂ ਦੀ ਨਜ਼ਰ ਦੇ ਵਿੱਚ ਜਾਂ ਵੈਸੇ BJP ਦੇ ਬਹੁ ਗਿਣਤੀ ਆਗੂਆਂ ਦੇ ਨਜ਼ਰ ਦੇ ਵਿੱਚ ਇਸ ਅੰਦੋਲਨ ਦੀ ਰੂਪਰੇਖਾ ਪੰਜਾਬ ਦੇ ਕਿਸਾਨਾਂ ਵੱਲੋਂ ਸਿਰਜੀ ਗਈ ਹੈ। ਸੂਤਰਧਾਰ ਪੰਜਾਬ ਦੇ ਕਿਸਾਨ ਆ। ਬੇਸ਼ੱਕ ਅੱਜ ਦੀ ਤਰੀਕ ਦੇ ਵਿੱਚ UP ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਸਿੰਘੂ ਬਾਰਡਰ ਦੇ ਨਾਲੋਂ ਸ਼ਾਇਦ ਵੱਧ ਹੀ ਬੈਠੇ ਹੋਣ ਗਾਜ਼ੀਪੁਰ ਬਾਰਡਰ ਦੇ ਉੱਤੇ, ਪਰ ਤੋਮਰ ਸਾਹਿਬ ਦੀ ਨਜ਼ਰ ਦੇ ਵਿੱਚ ਉਧਰ ਓਡੀ ਗੱਲ ਨਹੀਂ ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਵਿੱਚੋਂ ਆਏ ਆ। ਉਧਰ ਭਾਜਪਾ ਦੀ ਸਰਕਾਰ ਹੈ, ਉਹਨਾਂ ਦੀ ਨਜ਼ਰ ਦੇ ਵਿੱਚ ਕਿਸਾਨ ਜਿਹੜੇ ਪੰਜਾਬ ਦੇ ਆ ਉਹੀ ਭਰਮਾਏ ਗਏ ਆ। ਪੰਜਾਬ ਦੇ ਕਿਸਾਨਾਂ ਦੇ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਕਰਾਇਆ ਜਾ ਰਿਹਾ। ਪੰਜਾਬ ਦੇ ਕਿਸਾਨ ਹੀ ਅਸਲ ਦੇ ਵਿੱਚ ਗੁੰਮਰਾਹ ਹੋਏ ਆ। ਪੰਜਾਬ ਦੇ ਕਿਸਾਨਾਂ ਨੂੰ ਹੀ ਇਸ ਵਕਤ ਵਰਤਿਆ ਜਾ ਰਿਹਾ। ਪੰਜਾਬ ਦੇ ਕਿਸਾਨ ਦਾ ਹੀ ਇਸ ਵਕਤ ਮੋਢਾ ਵਰਤਿਆ ਜਾ ਰਿਹਾ, ਪਰ ਉਹ ਇਸ ਗੱਲ ਦੇ ਉੱਤੇ ਗੌਰ ਫਰਮਾਈ ਨਹੀਂ ਕਰਦੇ ਕਿ ਪੰਜਾਬ ਦੇ ਲੋਕਾਂ ਨੇ ਹੀ ਆਪਣੇ 150 ਤੋਂ ਵੱਧ ਕਿਸਾਨ ਭੈਣਾਂ ਵੀਰ ਇਸ ਵਕਤ ਗਵਾ ਲਏ ਆ। ਪੰਜਾਬ ਦਾ ਕਿਸਾਨ ਵੀ ਇੰਨਾ ਵਿਹਲਾ ਨਹੀਂ ਕਿ 75 ਦਿਨ ਤੋਂ ਵੱਧ ਸਮਾਂ ਹੋ ਗਿਆ ਤੇ ਉਹ ਗੁੰਮਰਾਹ ਹੋਣ ਕਰਕੇ ਹੀ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠਾ ਰਵੇ। ਲੋੜ ਇਸ ਵਕਤ ਇਸ ਗੱਲ ਦੀ ਹੈ। ਅਤੀਤ ਦੇ ਵਿੱਚ ਬਹੁਤ ਕੁਝ ਚੰਗਾ ਮਾੜਾ ਹੋਇਆ ਵਾਪਰਿਆ, ਪਰ ਅੱਜ ਜੋ ਮਾੜਾ ਹੋ ਰਿਹਾ ਉਹਦੇ ਬਾਬਤ ਗੱਲਬਾਤ ਕਰਨ ਦੀ ਜ਼ਰੂਰਤ ਹੈ। ਜੇਕਰ ਤੋਮਰ ਸਾਹਿਬ ਹਾਲੇ ਵੀ ਇਹ ਗੱਲ ਕਹਿੰਦੇ ਆ ਕਿ ਮੈਨੂੰ ਤਾਂ ਕੁਝ ਕਾਲਾ ਦਿਸਦਾ ਨਹੀਂ ਤੇ ਮੈਨੂੰ ਦੱਸੋ ਵੀ ਇਹਦੇ ਵਿੱਚ ਕਾਲਾ ਹੈ ਕਿ ਕਾਨੂੰਨਾਂ ਦੇ ਵਿੱਚ। ਇਸ ਮਾਮਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਉੱਤਰ ਆਇਆ ਵੀ ਅਸੀਂ ਤੁਹਾਨੂੰ 11 ਮੀਟਿੰਗਾਂ ਦੇ ਵਿੱਚ ਕਈ ਕੁਝ ਕਾਲਾ ਦੱਸਿਆ,
ਪਰ ਤੁਸੀਂ ਉਸ ਗੱਲ ਦੇ ਵੱਲ ਗੌਰ ਫਰਮਾਈ ਹੀ ਨਹੀਂ ਕਰਦੇ। ਜੋ ਕੁਝ ਸਾਨੂੰ ਕਾਲਾ ਦਿਸਦਾ ਉਹ ਤੁਹਾਨੂੰ ਕਾਲਾ ਦਿਸ ਹੀ ਨਹੀਂ ਰਿਹਾ, ਤੇ ਜੋ ਕੁਝ ਤੁਹਾਨੂੰ ਚਿੱਟਾ ਦਿਸਦਾ ਤੇ ਉਹ ਸਾਨੂੰ ਚਿੱਟਾ ਨਹੀਂ ਨਜ਼ਰ ਆ ਰਿਹਾ। ਇਸ ਕਰਕੇ ਇਸ ਮਸਲੇ ਦੇ ਉੱਤੇ ਮਿਲ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ। ਤੇ ਵਾਰ-ਵਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਟਕਰਾਅ ਦੀ ਸਥਿਤੀ ਨਾ ਪੈਦਾ ਕਰੇ, ਕਿਉਂਕਿ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਲਗਾਤਾਰ 75-76 ਦਿਨ ਤੋਂ ਆਪਣਾ ਅੰਦੋਲਨ ਅੱਗੇ ਵਧਾ ਰਹੇ ਆ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਬਿਲਕੁਲ ਗੌਰ ਫਰਮਾਈ ਨਹੀਂ ਕੀਤੀ ਜਾ ਰਹੀ। ਵੈਸੇ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ, ਜਿਹਨੂੰ ਪੂਰੀ ਦੁਨੀਆ ਦੇ ਵਿੱਚੋਂ ਇਸ ਵਕਤ ਹਮਾਇਤ ਮਿਲ ਰਹੀ ਹੈ, ਕੁਝ ਇੱਕ ਨੂੰ ਛੱਡ ਕੇ ਜਿਹੜੇ ਕਿ ਭਾਰਤ ਦੇ ਵਿੱਚ ਸੱਤਾਧਾਰੀ ਧਿਰ ਨਾਲ ਜੁੜੇ ਹੋਏ ਲੋਕ ਆ, ਇਸ ਕਿਸਾਨ ਅੰਦੋਲਨ ਦਾ ਅਸੀਂ ਐਂਡ ਕੀ ਦੇਖਦੇ ਹਾਂ? ਇਸ ਕਿਸਾਨ ਅੰਦੋਲਨ ਦਾ ਅੰਤ ਕਿੱਥੇ ਜੇ ਹੋਊਗਾ? ਕੀ ਸਰਕਾਰ ਮੰਗਾ ਮੰਨੂਗੀ ਜਾਂ ਫਿਰ ਕਿਸਾਨ ਲੰਮੇ ਸਮੇਂ ਵਾਸਤੇ ਸਾਲ ਦੇ ਲਈ 6 ਮਹੀਨੇ ਦੇ ਲਈ ਇਵੇਂ ਹੀ ਸੜਕਾਂ ਦੇ ਉੱਤੇ ਬੈਠੇ ਰਹਿਣਗੇ? ਕੁਝ ਦਿਨ ਪਹਿਲਾਂ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਇੱਕ ਕਿਸਾਨ ਬਲਜਿੰਦਰ, ਉਹਦਾ ਨਾਂ, ਉਹਦੀ ਮੌਤ ਹੋ ਗਈ। ਪਤਾ ਲੱਗਾ ਕਿ ਉਹਦੀ ਇੱਥੇ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਉਹ ਆਪਣੇ ਦੋਸਤਾਂ ਜਾਂ ਕੁਝ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਅੰਦੋਲਨ ਦੇ ਵਿੱਚ ਆਇਆ ਸੀ, ਤੇ ਉਸ ਤੋਂ ਬਾਅਦ ਜਦੋਂ ਉਹਦੀ ਮੌਤ ਹੋ ਗਈ ਤਾਂ ਪਿੰਡ ਦੇ ਲੋਕ ਆ ਜਿਹੜੇ, ਉਹਨਾਂ ਨੇ ਜਾਂ ਪਰਿਵਾਰਕ ਮੈਂਬਰ ਨੇ ਜਿਹੜੇ, ਉਹਨਾਂ ਨੇ ਬਲਜਿੰਦਰ ਦੀ ਲਾਸ਼ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਤੇ ਸੰਸਕਾਰ ਕੀਤਾ, ਉਹਦਾ ਸਨਮਾਨ ਦੇਣ ਦੇ ਲਈ ਕਿ ਉਹ ਵੀ ਸ਼ਹੀਦ ਹੋਇਆ ਕਿਸਾਨੀ ਦੀ ਖਾਤਰ। ਸੋ ਪਰ ਇਸ ਪਰਿਵਾਰ ਦੇ ਉੱਤੇ ਹੁਣ ਪਰਚਾ ਦਰਜ ਕਰ ਲਿਆ ਗਿਆ ਪੁਲਿਸ ਦੇ ਵੱਲੋਂ, ਕਿਉਂਕਿ ਇਹ ਵੀਡੀਓ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਕਿ ਕਿਸਾਨ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਇੱਦਾਂ ਜਿਹੜੀ ਉਹ ਸ਼ਰਧਾਂਜਲੀ ਦਿੱਤੀ ਗਈ ਹੈ, ਉਹਨੂੰ ਅੰਤਮ ਵਿਦਾਈ ਦਿੱਤੀ ਗਈ ਹੈ। ਤੇ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਆਮ ਇਨਸਾਨ ਨੂੰ ਤਿਰੰਗੇ ਦੇ ਵਿੱਚ ਲਪੇਟਣਾ ਬੜਾ ਵੱਡਾ ਗੁਨਾਹ ਹੈਗਾ। ਇਸ ਕਰਕੇ ਉਸ ਮ੍ਰਿਤਕ ਕਿਸਾਨ ਦੀ ਮਾਂ, ਉਹਦੇ ਭਰਾ ਤੇ ਕੁਝ ਕੁ ਹੋਰ ਜੀਆਂ ਦੇ ਉੱਤੇ ਪਰਚਾ ਦਰਜ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਹੁਣ ਇਸ ਮਾਮਲੇ ਦੇ ਉੱਤੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੈ ਕਿ ਇਹ ਸੱਚੀ ਮੁੱਚੀ ਕਾਨੂੰਨ ਹੈ ਕਿ ਇਹਦੀ ਆਪਾਂ ਤਿਰੰਗੇ ਦੀ ਬੇਅਦਬੀ ਮੰਨਦੇ ਹਾਂ, ਕੀ ਤਿਰੰਗੇ ਦਾ ਸੱਚੀ ਮੁੱਚੀ ਅਪਮਾਨ ਹੁੰਦਾ ਇੱਦਾਂ? ਕੀ ਜੇਕਰ ਕਿਸੇ ਅੰਦੋਲਨ ਦੇ ਵਿੱਚ ਕੋਈ ਆਪਣੀ ਜਾਨ ਗਵਾ ਦਿੰਦਾ, ਇੱਦਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਇਹਦੇ ਮੁਤਲਕ ਲੋਕਾਂ ਦੇ ਆਪੋ ਆਪਣੇ ਅੱਡੋ ਅੱਡ ਵਿਚਾਰ ਹੈਗੇ ਆ। ਪਰ ਜਿਹੜੀ ਇੱਕ ਹੋਰ ਜਾਣਕਾਰੀ ਆ ਉਹ ਇਹ ਹੈ ਕਿ ਰਾਕੇਸ਼ ਟਕੈਤ ਹੋਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੋਬਾਈਲ ਨੰਬਰ ਮੰਗਿਆ। ਉਹਨਾਂ ਨੇ ਕਿਹਾ ਜੀ ਕਿ ਮੋਦੀ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀ ਕਿ ਮੇਰੇ ਤੇ ਕਿਸਾਨਾਂ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਆ, ਪਰ ਅਸੀਂ ਉਡੀਕ ਰਹੇ ਹਾਂ। ਉਹਨਾਂ ਦਾ ਨਾ ਫੋਨ ਆਇਆ, ਨਾ ਕੋਈ ਸੁੱਖ ਸੁਨੇਹਾ ਆਇਆ, ਨਾ ਉਹ ਪੁੱਛਦੇ ਆ, ਨਾ ਉਹ ਦੱਸਦੇ ਆ। ਜੇਕਰ ਭਾਈ ਉਹਨਾਂ ਦੇ ਕੋਲੇ ਵਕਤ ਨਹੀਂ ਆ ਫੋਨ ਕਰਨ ਦਾ, ਸਾਨੂੰ ਆਪਣਾ ਫੋਨ ਨੰਬਰ ਦੇ ਦੇਣ ਤੇ ਅਸੀਂ ਉਹਨਾਂ ਨੂੰ ਬੈਕ ਕਾਲ ਕਰ ਲਾਂਗੇ, ਜਾਂ ਮਿਸ ਕਾਲ ਕਰ ਦੇਣ, ਅਸੀਂ ਉਹਨਾਂ ਨੂੰ ਉਧਰ ਫੋਨ ਕਰ ਲਾਂਗੇ, ਜਾਂ ਫਿਰ ਕਿਸੇ ਸੱਜਣ ਸਨੇਹੀ ਦੇ ਰਾਹੀਂ ਸਾਨੂੰ ਆਪਣਾ ਨੰਬਰ ਭੇਜ ਦੇਣ, ਅਸੀਂ 1 ਸਕਿੰਟ ਦੇ ਵਿੱਚ ਫੋਨ ਉਹਨਾਂ ਨੂੰ ਲਾ ਲਾਂਗੇ। ਲੰਘੇ ਦਿਨੀ ਆਪਾਂ ਜਾਣਦੇ ਕਿ ਸੰਜੇ ਸਿੰਘ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਆ, ਉਹਨਾਂ ਨੇ ਕਿਹਾ ਸੀ ਕਿ ਜੇਕਰ ਮੋਦੀ ਸਾਹਿਬ ਦੇ ਕੋਲੇ, ਸਾਡੀ ਕੇਂਦਰ ਦੀ ਸਰਕਾਰ ਦੇ ਕੋਲੇ 2 ਰੁਪਈਏ ਵੀ ਕਿਸਾਨਾਂ ਨੂੰ ਫੋਨ ਕਰਨ ਵਾਸਤੇ ਨਹੀਂ, ਤਾਂ ਇਹ 2 ਰੁਪਈਏ ਵੀ ਮੈਂ ਦੇ ਦੂੰਗਾ, ਬਸ ਤੁਸੀਂ ਫੋਨ ਕਰ ਲਓ ਕਿਸਾਨਾਂ ਨੂੰ। ਇੱਦਾਂ ਦੀਆਂ ਗੱਲਾਂ ਬਾਤਾਂ ਹੁਣ ਚੱਲ ਰਹੀਆਂ। ਪਰ ਟਕੈਤ ਹੋਰਾਂ ਨੇ ਵੀ ਗੱਲ ਕਹੀ ਹੈ ਕਿ ਮੇਰੇ ਮੰਚ ਦੇ ਉੱਤੇ, ਗਾਜ਼ੀਪੁਰ ਦੇ ਬਾਰਡਰ ਦੇ ਉੱਤੇ, ਕਿਸੇ ਵੀ ਵਿਅਕਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਗਾਲ ਨਹੀਂ ਕੱਢਣੀ, ਇੱਕ ਵੀ ਸ਼ਬਦ ਉਹਨਾਂ ਦੇ ਖਿਲਾਫ ਨਹੀਂ ਬੋਲਣਾ, ਕਿਉਂਕਿ ਅਸੀਂ ਸ਼ਬਦਾਂ ਦੀ ਮਰਿਆਦਾ ਨੂੰ ਸਮਝਣਾ। ਅਸੀਂ ਉਹਨਾਂ ਦੇ ਨਾਲ ਕੋਈ ਵੈਰ ਪਾਲਣ ਨਹੀਂ ਆਏ, ਅਸੀਂ ਸਿਰਫ ਆਪਣੀ ਮੰਗ ਮਨਵਾਉਣ ਦੇ ਲਈ ਆਏ ਹਾਂ, ਤੇ ਅਪਸ਼ਬਦਾਂ ਦੀ ਵਰਤੋਂ ਕਿਤੇ ਵੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਗਾਲ ਕੱਢੂਗਾ ਜਾਂ ਜਿਹਦੇ ਮਨ ਦੇ ਵਿੱਚ ਗਾਲਾਂ ਬਹੁਤ ਆਉਂਦੀਆਂ, ਉਹ ਇਸ ਅੰਦੋਲਨ ਨੂੰ ਛੱਡ ਕੇ ਚਲਾ ਜਾਵੇ। ਗਾਜ਼ੀਪੁਰ ਦੇ ਇਸ ਬਾਰਡਰ ਤੋਂ ਉੱਠ ਕੇ ਉਹ ਜਾ ਸਕਦਾ, ਮਿੰਟ ਦੇ ਵਿੱਚ ਨਹੀਂ, ਸਕਿੰਟ ਦੇ ਵਿੱਚ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀਆਂ ਨੂੰ ਸਾਫ਼ ਕਰ ਦਿੱਤਾ ਹੈ ਕਿ ਮੋਦੀ ਨੂੰ ਉਹਨਾਂ ਦੇ ਮੰਚ ਤੋਂ ਕੋਈ ਵੀ ਗਾਲ ਨਹੀਂ ਕੱਢ ਸਕਦਾ। ਉਹਨਾਂ ਨੇ ਕਿਹਾ ਕਿ ਸ਼ਿਕਾਇਤਾਂ ਆ ਰਹੀਆਂ ਨੇ ਕਿ ਲੋਕ ਮੋਦੀ ਜੀ ਨੂੰ ਗਾਲਾਂ ਕੱਢ ਰਹੇ ਨੇ, ਅਜਿਹੇ ਲੋਕ ਸਾਡੇ ਨਹੀਂ ਹੋ ਸਕਦੇ। ਕੋਈ ਵੀ ਆਮ ਆਦਮੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਬਾਬਤ ਅਪਸ਼ਬਦਾਂ ਦੀ ਵਰਤੋਂ ਕਰਦਾ ਹੈ, ਉਹ ਸਾਡੇ ਇਸ ਮੰਚ ਨੂੰ, ਇਸ ਅੰਦੋਲਨ ਨੂੰ ਛੱਡ ਕੇ ਚਲਾ ਜਾਵੇ। ਇਸ ਸਟੇਜ ਦੀ ਵਰਤੋਂ ਇਹੋ ਜਿਹੇ ਬਿਆਨਾਂ ਨੂੰ ਕਰਨ ਵਾਸਤੇ ਨਹੀਂ ਦਿੱਤੀ ਜਾਵੇਗੀ। ਰਾਕੇਸ਼ ਟਕੈਤ ਦਾ ਇਹ ਬਿਆਨ ਗਾਜ਼ੀਪੁਰ ਦੀ ਹੱਦ ਦੇ ਉੱਤੇ ਕੁਝ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਦੇ ਮੁਤਲਕ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਬਾਅਦ ਆਇਆ। ਦੱਸਣਾ ਬਣਦਾ ਹੈ ਕਿ 6 ਫਰਵਰੀ ਨੂੰ 3 ਘੰਟੇ ਦੇ ਲਈ, ਯਾਨੀ ਕਿ ਅੱਜ, ਚੱਕਾ ਜਾਮ ਕੀਤਾ ਜਾ ਰਿਹਾ। ਤੇ ਰਾਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹ ਚੱਕਾ ਜਾਮ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਗਾਲਾਂ ਦੇ ਪੱਖ ਦੇ ਵਿੱਚ ਅਸੀਂ ਵੀ ਨਹੀਂ, ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗਾਲ ਨਾ ਕੱਢੇ, ਇਹ ਬੇਨਤੀ ਅਸੀਂ ਵੀ ਸਮੇਂ-ਸਮੇਂ ਦੇ ਉੱਤੇ ਕਰਦੇ ਰਹਿੰਦੇ ਹਾਂ, ਕਿਉਂਕਿ ਗਾਲ ਕੱਢਣ ਦੇ ਨਾਲ ਸੰਬੰਧਿਤ ਵਿਅਕਤੀ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹਦੇ ਨਾਲ ਸਾਡਾ ਆਪਣਾ ਵਿਅਕਤੀਤਵ, ਸਾਡਾ ਆਪਣਾ ਕਿਰਦਾਰ ਜ਼ਰੂਰ ਨੰਗਾ ਹੁੰਦਾ ਕਿ ਸਾਡੀ ਸਮਝ ਕਿੰਨੀ ਕਾ, ਸਾਡੇ ਕੋਲੇ ਕਿੰਨੇ ਕੁ ਸ਼ਬਦ ਆ ਆਪਣੀ ਗੱਲ ਦੇ ਪ੍ਰਗਟਾਵੇ ਦੇ ਲਈ। ਕਿਸੇ ਨੂੰ ਤੁਸੀਂ ਮਾੜੀ ਚੰਗੀ ਗੱਲ ਕਹਿ ਦਿਓ, ਭਾਵੇਂ ਕੋਈ ਵੀ ਵਿਅਕਤੀ ਹੋਵੇ। ਵੈਸੇ ਅੱਜ ਕੱਲ੍ਹ ਰਿਵਾਜ ਚੱਲਿਆ ਹੋਇਆ, ਕੋਈ ਫੇਸਬੁੱਕ 'ਤੇ ਗਾਲਾਂ ਕੱਢ ਰਿਹਾ, ਕੋਈ ਵਟਸਐਪ 'ਤੇ ਕੱਢ ਰਿਹਾ। ਇੱਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਿਸੇ ਦੇ ਮੁਤਲਕ ਵੀ ਨਹੀਂ ਕਰਨੀ ਚਾਹੀਦੀ। ਸਾਡੇ ਹੱਕ ਲੈਣੇ ਬਣਦੇ ਆ,
ਅਸੀਂ ਆਪਣੀਆਂ ਮੰਗਾਂ ਵਾਜਬ ਰੱਖੀਆਂ, ਉਹ ਮੰਗਾਂ ਮੰਨੀਆਂ ਜਾਣ। ਇਹਦੇ ਲਈ ਸਾਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਤੇ ਅਸੀਂ ਕੋਸ਼ਿਸ਼ਾਂ ਕਰ ਵੀ ਰਹੇ ਹਾਂ। ਸਾਡੀਆਂ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਲੱਗੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਜੇਕਰ ਕਿਸੇ ਮੰਤਰੀ ਨੂੰ ਗਾਲਾਂ ਕੱਢੀ ਜਾਗੇ, ਕਿਸੇ ਪੱਤਰਕਾਰ ਨੂੰ ਗਾਲਾਂ ਕੱਢੀ ਜਾਗੇ, ਪ੍ਰਧਾਨ ਮੰਤਰੀ ਦੇ ਮੁਤਲਕ ਅਪਸ਼ਬਦਾਂ ਦੀ ਵਰਤੋਂ ਕਰਗੇ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਸਗੋਂ ਗੋਦੀ ਮੀਡੀਆ ਦੇ ਵੱਲੋਂ ਇਹਨਾਂ ਗੱਲਾਂ ਨੂੰ ਚੁੱਕ ਕੇ ਉਭਾਰਿਆ ਜਾ ਰਿਹਾ ਕਿ ਜਿਹੜੇ ਇੱਥੇ ਲੋਕ ਬੈਠੇ ਆ ਅੰਦੋਲਨਕਾਰੀ ਆ, ਇਹ ਤਾਂ ਜੀ ਮੋਦੀ ਸਾਹਿਬ ਦੇ ਲਈ ਫਲਾਣੇ ਸ਼ਬਦਾਂ ਦੀ ਵਰਤੋਂ ਕਰਦੇ ਆ। ਇਹ ਤਾਂ ਜੀ ਹੈਗੇ ਅਸੱਭਿਅਕ ਲੋਕ ਆ। ਇਹਨਾਂ ਲੋਕਾਂ ਨੂੰ ਤਾਂ ਬੋਲਣ ਦੀ ਤਮੀਜ਼ ਨਹੀਂ, ਇਹਨਾਂ ਨੂੰ ਸ਼ਬਦਾਂ ਦੀ ਮਰਿਆਦਾ ਦੀ ਅਕਲ ਨਹੀਂ। ਸੋ ਇਦਾਂ ਦੀਆਂ ਗੱਲਾਂ, ਇਦਾਂ ਦੇ ਨੁਕਤੇ ਚੁੱਕੇ ਜਾਂਦੇ ਆ। ਸੋ ਲੋੜ ਆ ਕਿ ਅਸੀਂ ਆਪਣੇ ਸ਼ਬਦਾਂ ਦੇ ਦਾਇਰੇ ਨੂੰ ਵੱਡਾ ਕਰੀਏ, ਅਸੀਂ ਇੱਕ ਮਰਿਆਦਾ ਰੱਖੀਏ। ਸ਼ਬਦਾਂ ਦੀ ਮਰਿਆਦਾ ਹੁੰਦੀ ਹੈ, ਉਹਦੀ ਉਲੰਘਣਾ ਨਾ ਕਰੀਏ, ਅਸੀਂ ਜ਼ਾਬਤੇ ਦੇ ਵਿੱਚ ਰਹੀਏ। ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲੇ ਸ਼ਬਦ ਬਹੁਤ ਹੈ, ਅਸੀਂ ਇਹਨਾਂ ਸ਼ਬਦਾਂ ਦੇ ਨਾਲ ਤੇ ਇਹੋ ਜਿਹੇ ਤਰਕ ਦੇ ਨਾਲ ਅਸੀਂ ਦੂਜੇ ਨੂੰ ਨਿਰ ਉੱਤਰ ਕਰ ਸਕਦੇ ਹਾਂ। ਗਾਲਾਂ ਦੇਣ ਦੇ ਨਾਲ ਕਦੇ ਵੀ ਕਿਸੇ ਨੂੰ ਨਿਰ ਉੱਤਰ ਨਹੀਂ ਕੀਤਾ ਜਾ ਸਕਦਾ। ਬੰਦਾ ਮੂਹਰਲਾ ਜਿਹੜਾ ਉਹ ਵੀ ਜੇਕਰ ਉੱਦਾਂ ਦੀ ਸ਼ਬਦਾਵਲੀ ਵਰਤਣ ਲੱਗ ਪਏ ਤਾਂ ਮਸਲਾ ਵਿਗੜ ਜਾਂਦਾ ਹੈ। ਇਸ ਕਰਕੇ ਟਕੈਤ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਆਪਾਂ ਡਟੇ ਰਹਿਣਾ, ਅਕਤੂਬਰ ਤੱਕ ਵੀ ਇਹ ਅੰਦੋਲਨ ਚੱਲ ਸਕਦਾ ਹੈ, ਪਰ ਗਾਲ ਦੁੱਪੜ ਕਿਸੇ ਵੀ ਨੇਤਾ ਦੇ ਵਾਸਤੇ ਆਪਣੇ ਮੂੰਹ ਦੇ ਵਿੱਚੋਂ ਨਹੀਂ ਕਰਨਾ ਵਾਜਬ ਗੱਲ ਹੈ। ਦੁਨੀਆ ਭਰ ਦੀਆਂ ਵੱਖ-ਵੱਖ ਮਸ਼ਹੂਰ ਹਸਤੀਆਂ ਦੇ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਗੱਲ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਭਾਰਤ ਦੇ ਵਿੱਚ ਸਮੱਸਿਆ, ਤਕਲੀਫ ਹੈ। ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਦਾਂ ਦੇਸ਼ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਹਰਿਆਣਾ ਹੋਵੇ, ਭਾਵੇਂ ਗ੍ਰੇਟਾ ਥਨਬਰਗ ਹੋਵੇ, ਭਾਵੇਂ ਜਸਟਨ ਟਰੂਡੋ ਹੋਰੀ ਨੇ, ਭਾਵੇਂ ਕੋਈ ਵੀ ਹੋਰ ਹੈ, ਜੇਕਰ ਉਹ ਕਿਸਾਨਾਂ ਦੀ ਗੱਲ ਕਰਦੇ ਆ, ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ। ਅੱਜ ਤਾਂ ਇਹ ਵੀ ਕਮਾਲ ਦੀ ਗੱਲ ਸਾਹਮਣੇ ਆਈ ਹੈ ਬਈ ਪਾਰਲੀਮੈਂਟ ਦੇ ਵਿੱਚ ਵੀ ਚਰਚਾ ਚੱਲੀ ਹੈ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ, ਇੱਦਾਂ ਰਿਸ਼ਤਿਆਂ ਦੇ ਵਿੱਚ ਕੁੜੱਤਣ ਪੈਦਾ ਹੋ ਸਕਦੀ ਹੈ। ਪਰ ਗੱਲ ਇਹ ਹੈ ਵੀ ਭਾਵੇਂ ਭਾਰਤ ਦਾ ਕੋਈ ਨੇਤਾ ਹੋਵੇ, ਦੁਨੀਆ ਭਰ ਦੇ ਵਿੱਚ ਕੁਝ ਵੀ ਚੰਗਾ ਮੰਦਾ ਹੁੰਦਾ ਵਾਪਰਦਾ, ਉਹਦੇ ਉੱਤੇ ਟਿੱਪਣੀ ਕਰਨ ਦਾ ਅਧਿਕਾਰ ਰੱਖਦਾ ਹੈ। ਤੇ ਜੇਕਰ ਕਿਸੇ ਹੋਰ ਦੇਸ਼ ਦੇ ਨੇਤਾ ਨੂੰ, ਕਿਸੇ ਹੋਰ ਦੇਸ਼ ਦੀ ਹਸਤੀ ਨੂੰ, ਕੋਈ ਵੀ ਮਸ਼ਹੂਰ ਹਸਤੀ ਹੈ ਕਿਸੇ ਵੀ ਖੇਤਰ ਦੀ, ਉਹਨੂੰ ਭਾਰਤ ਦੇ ਵਿੱਚ ਕੁਝ ਚੰਗਾ ਵਾਪਰਦਾ ਲੱਗਦਾ, ਮਾੜਾ ਵਾਪਰਦਾ ਲੱਗਦਾ, ਤਾਂ ਉਹਦੇ ਉੱਤੇ ਉਹਨੂੰ ਵੀ ਟਿੱਪਣੀ ਕਰਨ ਦਾ ਅਧਿਕਾਰ ਹੈ। ਪਰ ਪਹਿਲਾਂ ਇਸ ਖਬਰ ਦਾ ਵੇਰਵਾ ਸਾਂਝਾ ਕਰਦੇ ਆ ਕਿ ਪਾਰਲੀਮੈਂਟ ਦੇ ਵਿੱਚ ਕਿਹੜੀ ਗੱਲ ਕੈਨੇਡੀਅਨ ਸਰਕਾਰ ਦੇ ਪ੍ਰਤੀ ਉੱਠੀ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਰਾਜ ਸਭਾ ਦੇ ਵਿੱਚ ਦੱਸਿਆ ਕਿ ਉਸਨੇ ਕੈਨੇਡਾ ਦੀ ਸਰਕਾਰ ਨੂੰ ਸਪਸ਼ਟ ਆਖ ਦਿੱਤਾ ਕਿ ਨਵੇਂ ਖੇਤੀ ਕਾਨੂੰਨਾਂ ਬਾਰੇ ਉਸ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਬਿਆਨ ਨਾਲ ਦੁਵੱਲੇ ਸਬੰਧ ਖਰਾਬ ਹੋ ਸਕਦੇ ਨੇ। ਇਹ ਜਾਣਕਾਰੀ ਰਾਜ ਸਭਾ ਦੇ ਵਿੱਚ ਸ਼ਿਵ ਸੈਨਾ ਮੈਂਬਰ ਅਨਿਲ ਦੇਸਾਈ ਦੇ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦਿੱਤੀ ਹੈ। ਅਨਿਲ ਦੇਸਾਈ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਭਾਰਤ ਦੇ ਅੰਦਰੂਨੀ ਮਾਮਲੇ ਦੇ ਵਿੱਚ ਦਖਲ ਨੇ। ਕੀ ਭਾਰਤ ਸਰਕਾਰ ਇਸ ਨੂੰ ਗੈਰ ਵਾਜਬ ਤੇ ਬੇਲੋੜਾ ਮੰਨਦੀ ਹੈ? ਜੇ ਹਾਂ ਤਾਂ ਕੀ ਕੈਨੇਡਾ ਸਰਕਾਰ ਕੋਲ ਉਸ ਨੇ ਆਪਣਾ ਕੋਈ ਵਿਰੋਧ ਪ੍ਰਗਟਾਇਆ ਜਾਂ ਫਿਰ ਨਹੀਂ? ਜੇ ਹਾਂ ਤਾਂ ਕੈਨੇਡਾ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੀ ਉੱਤਰ ਦਿੱਤਾ ਹੈ? ਇਹਨਾਂ ਸਵਾਲਾਂ ਦੇ ਉੱਤਰ ਦਿੰਦਿਆਂ ਮੁਰਲੀਧਰਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਟਰੂਡੋ ਦੀਆਂ ਖੇਤੀ ਕਾਨੂੰਨਾਂ ਪ੍ਰਤੀ ਟਿੱਪਣੀਆਂ ਦੀ ਪੂਰੀ ਜਾਣਕਾਰੀ ਹੈ। ਇਹ ਮਾਮਲਾ ਕੈਨੇਡਾ ਦੇ ਸੰਬੰਧਿਤ ਅਧਿਕਾਰੀਆਂ ਕੋਲ ਓਟਵਾ ਤੇ ਨਵੀਂ ਦਿੱਲੀ ਦੋਵੇਂ ਥਾਵਾਂ ਦੇ ਉੱਤੇ ਚੁੱਕਿਆ ਗਿਆ। ਭਾਰਤ ਸਰਕਾਰ ਨੇ ਸਪਸ਼ਟ ਆਖ ਦਿੱਤਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਟਿੱਪਣੀਆਂ ਗੈਰ ਵਾਜਬ ਨੇ ਤੇ ਇਹ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਦੱਸਣਾ ਬਣਦਾ ਕਿ 1 ਦਸੰਬਰ ਨੂੰ ਜਸਟਨ ਟਰੂਡੋ ਨੇ 26 ਨਵੰਬਰ 2020 ਤੋਂ ਚੱਲੇ ਆ ਰਹੇ ਕਿਸਾਨ ਅੰਦੋਲਨ ਬਾਰੇ ਚਿੰਤਾ ਪ੍ਰਗਟਾਉਂਦਿਆਂ ਆਖਿਆ ਸੀ ਕੈਨੇਡਾ ਸਦਾ ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਦੇ ਅਧਿਕਾਰ ਦੀ ਰਾਖੀ ਕਰਦਾ ਰਹੇਗਾ, ਭਾਵੇਂ ਉਹ ਮੁਜ਼ਾਹਰੇ ਕਿਤੇ ਵੀ ਹੋਣ, ਧਰਨੇ ਕਿਤੇ ਵੀ ਹੋਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ, ਉਹਨਾਂ ਨੇ ਦੇਸ਼ ਦੇ ਸਨਮਾਨ ਦੇ ਉੱਤੇ ਕੋਈ ਸੱਟ ਨਹੀਂ ਮਾਰੀ ਸੀ, ਉਹਨਾਂ ਨੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਕੀਤਾ ਸੀ, ਦੇਸ਼ ਦੀ ਏਕਤਾ ਦੇ ਉੱਤੇ ਕੋਈ ਟਿੱਪਣੀ ਨਹੀਂ ਸੀ ਕੀਤੀ। ਇਹ ਉਹਨਾਂ ਦੇ ਬਲਬਲੇ ਸੀ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਧਰਨੇ ਮੁਜ਼ਾਹਰੇ ਕਰਨ ਦਾ ਹੱਕ ਸਭ ਥਾਵਾਂ ਦੇ ਉੱਤੇ ਹੋਣਾ ਚਾਹੀਦਾ। ਇਹੀ ਲੋਕਤੰਤਰ ਦੀ ਗੱਲ ਹੈ। ਇਹੀ ਸਾਡਾ ਸੰਵਿਧਾਨ ਕਹਿੰਦਾ ਕਿ ਅਸੀਂ ਸਾਰੇ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਮਰਿਆਦਾ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ। ਮੈਂ ਹੈਰਾਨ ਹੁੰਦਾ ਕਦੇ ਬਈ ਜਦੋਂ ਕੇਂਦਰ ਦੀ ਸਰਕਾਰ ਸੀ UPA ਦੀ, ਯਾਨੀ ਕਿ ਉਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਸੀ, ਉਦੋਂ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸੀ ਤੇ ਜਦੋਂ ਇਹਨਾਂ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਗੱਲ ਕੀਤੀ ਗਈ ਸੀ ਤਾਂ ਉਦੋਂ ਸੁਸ਼ਮਾ ਸਵਰਾਜ ਜਿਹੜੇ ਕਿ ਦੁਨੀਆ ਦੇ ਉੱਤੇ ਨਹੀਂ ਤੇ ਅਰੁਣ ਜੇਟਲੀ ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ, ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੀ ਖਿਲਾਫਤ ਕੀਤੀ ਸੀ। ਪਰ ਅੱਜ ਉਹਨਾਂ ਹੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਸਾਹਮਣੇ ਆਈ ਹੈ ਜਿਹਦੇ ਕਰਕੇ ਇੰਨੇ ਵੱਡੇ ਪੱਧਰ ਦੇ ਉੱਤੇ ਵਿਵਾਦ ਛਿੜਿਆ। ਸੋ ਚਾਹੀਦਾ ਇਹ ਹੈ ਕਿ ਜੇਕਰ ਕੋਈ ਵੀ ਵਿਰੋਧ ਕਰਦਾ ਤਾਂ ਉਹਦੇ ਵਿਰੋਧ ਦਾ ਕਾਰਨ ਸਮਝਿਆ ਜਾਵੇ,
ਉਹਦੇ ਵਿਰੋਧ ਦਾ ਤਰਕ ਸਮਝਿਆ ਜਾਵੇ, ਨਾ ਕਿ ਇਹ ਗੱਲ ਕਹੀ ਜਾਵੇ ਕਿ ਤੂੰ ਐ ਬੋਲਿਆ ਤੂੰ ਦੇਸ਼ ਧਰੋਹੀ ਆ, ਤੂੰ ਐ ਕੀਤਾ ਤੂੰ ਖਾਲਿਸਤਾਨੀ ਆ, ਤੂੰ ਆਹ ਗੱਲ ਕਹੀ ਆ ਤੂੰ ਅੱਤਵਾਦੀ ਆ। ਇਹ ਬੇਲੋੜੀਆਂ ਗੱਲਾਂ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਭਾਰਤ ਦੀ ਚਰਚਾ ਛਿੜ ਰਹੀ ਹੈ ਕਿ ਇੱਥੋਂ ਦੀ ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ, ਕਿਹੋ ਜਿਹੇ ਨੁਕਤੇ ਉਭਾਰੇ ਜਾ ਰਹੇ ਆ। ਸੋ ਜੇਕਰ ਭਾਰਤ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਵੀ ਦੇਸ਼ ਨੂੰ ਭਾਰਤ ਦੇ ਸਬੰਧਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਭਾਰਤ ਦੇ ਮਸਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਤਾਂ ਇਹ ਗੱਲ ਵੀ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੇਸ਼ਾਂ ਦੇ ਵੱਲ ਹੀ ਜਾਂਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਉਹਨਾਂ ਦੇਸ਼ਾਂ ਦੇ ਵੱਲ ਹੀ ਵਾਰ-ਵਾਰ ਜਾਂਦੇ ਆ ਜਿਨ੍ਹਾਂ ਦੇਸ਼ਾਂ ਦੀਆਂ ਟਿੱਪਣੀਆਂ ਦੇ ਉੱਤੇ ਅੱਜ ਸਾਡੀ ਸਰਕਾਰ ਨੂੰ ਇਤਰਾਜ਼ ਹੁੰਦਾ। ਸੋ ਜੇਕਰ ਅਸੀਂ ਕਿਸੇ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਸਾਨੂੰ ਵੀ ਭਵਿੱਖ ਦੇ ਵਿੱਚ ਕੋਈ ਹੱਕ ਨਹੀਂ ਹੋਊਗਾ ਕਿ ਅਸੀਂ ਕਿਸੇ ਦੇਸ਼ ਦੇ ਮੁਤਲਕ ਆਪਣੇ ਵਿਚਾਰ ਪ੍ਰਗਟ ਕਰਗੇ, ਅਸੀਂ ਉਹਨਾਂ ਦੇ ਦੇਸ਼ਾਂ ਦੇ ਵਿੱਚ ਹੁੰਦੇ ਗਲਤ ਜਾਂ ਸਹੀ ਦੇ ਉੱਤੇ ਆਪਣੀਆਂ ਟਿੱਪਣੀਆਂ ਪੇਸ਼ ਕਰਗੇ। ਸੋ ਜੇਕਰ ਇੱਦਾਂ ਦਾ ਨੁਕਤਾ ਉੱਠਿਆ ਤਾਂ ਫਿਰ ਵੀ ਸਾਨੂੰ ਸਵਾਲਾਂ ਦਾ ਘੇਰਾ ਪੈਣਾ। ਪਰ ਇਹ ਗੱਲ ਕਹੀ ਗਈ ਹੈ ਰਾਜ ਸਭਾ ਦੇ ਵਿੱਚ ਕਿ ਦੁਵੱਲੇ ਸੰਬੰਧ ਖਰਾਬ ਹੋ ਸਕਦੇ ਆ ਜੇਕਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਤਾਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।